ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਹਰਜੀਤ ਭਾਸਕਰ। ਭਾਸਕਰ ਸਾਹਿਬ ਵੈਲਕਮ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਪੰਜਾਬੀ ਦੀ ਬੜੀ ਕਸੂਤੀ ਬੋਲੀ ਜੇ, ਅੱਧੀ ਤੇਰੀਆਂ ਮਲਾਜੇਦਾਰਾਂ ਤੇ ਅੱਧੀਆਂ ਗਰੀਬ ਜੱਟ ਦੀ। ਈਡੀ ਦੀਆਂ ਰੇਡਸ ਕਾਹਦੀਆਂ ਹੋਈਆਂ, ਮੈਂ ਚੁੱਪ ਜਿਹਾ ਕਰ ਗਿਆ। ਕਹਿੰਦੇ ਆ ਕੈਪਟਨ ਅਮਰਿੰਦਰ ਸਿੰਘ ਦੇ ਘਰ ਥੋੜੀ ਜਿਹੀ ਰੌਣਕ ਵੱਧ ਗਈ। ਰੱਖ ਲਓ ਜੀ, ਤੁਹਾਡੇ ਹੀ ਆ, ਜਿੱਤ ਕੇ ਕਿਹੜਾ ਕਿਤੇ ਚੱਲੇ ਆ। ਅਸੀਂ ਕਿਤੇ ਬਗਾਨੇ ਥੋੜੀ ਆ, ਇਕੱਠੇ ਹੀ ਤੁਰਦੇ ਰਹੇ। ਬਚਾ ਲਓ, ਏਦਾਂ ਨਹੀਂ ਗੱਲ ਬਣਦੀ, ਰਿਸ਼ਤੇ ਨਹੀਂ ਤੋੜੀ ਦੇ। ਸਵਾਲ ਤੇ ਹੋਰ ਵੀ ਬਹੁਤ ਆ। ਭਗਵੰਤ ਮਾਨ ਦੀ ਸੀਟ ਐਲਾਨਤੀ ਗਈ, ਦਿੱਲੀ ਵਾਲੇ ਨੂੰ ਰਾਜਨੀਤੀ ਬੜੀ ਟੇਢੀ ਆ ਗਈ ਖੇਡਣੀ। ਪਹਿਲਾਂ ਤਾਂ ਈਵੈਂਟ 4-5 ਦਿਨ ਬਣਾ ਕੇ ਰੱਖਿਆ, ਖੂਬ ਧਮਾਕਾ ਰੌਲਾ, ਤੇ ਜਿਸ ਦਿਨ ਅਨਾਉਂਸਮੈਂਟ ਭੰਗੜੇ, ਤੇ ਹੁਣ ਦਿਹਾੜੀ ਕੇ ਰੋਕੇ ਧੂਰੀ ਤੋਂ ਉਤਾਰਤਾ ਮਾਨ ਨੂੰ। ਮਾਨ ਹੁਣ ਪੰਜਾਬ ਦੀ ਪਿੱਚ ਤੇ ਵੇਖੋ, ਪੈਰ ਜੋੜ ਕੇ ਛੱਕਾ ਮਾਰਦਾ, ਗੇਂਦ ਕੈਚ ਹੁੰਦੀ ਆ ਜਾਂ ਬਾਉਂਡਰੀ ਦੇ ਬਾਹਰ ਮਿਲਦੀ, ਕਿੱਥੇ ਮਿਲਦੀ ਦੇਖਣਾ ਹੋਊਗਾ। ਲੇਕਿਨ ਬਲਬੀਰ ਸਿੰਘ ਰਾਜੇਵਾਲ ਸੰਯੁਕਤ ਸਮਾਜ ਮੋਰਚੇ ਵਾਲੇ ਸਵੇਰੇ ਖੇਤਾਂ ਚੋਂ ਬੋਲਦੇ ਸੀ, ਆ ਵੀ ਕਿਸਾਨ ਖੇਤਾਂ ਚੋਂ ਬੋਲੂ, ਹੋਰ ਕਿੱਥੋਂ ਬੋਲਣਾ। ਹੁਣ ਵੇਖਣ ਵਾਲੀ ਗੱਲ ਆ ਕਿ ਪੈਂਤਲਾ ਕੀ ਇਖਤਿਆਰ ਕਰਨ ਲੱਗਿਆ। ਮੇਰੇ ਕੋਲ ਇੱਕ ਇਸ ਤਰ੍ਹਾਂ ਦੀ ਖਬਰ ਉੱਡਦੀ ਆ। ਉਹ ਕਹਿੰਦੇ ਖੇਤਰੀ ਅਸੀਂ ਆ, ਖੇਤਰੀ ਪਾਰਟੀ ਅਸੀਂ ਆ। ਹੁਣ ਇਹ ਸਾਰੇ ਤੁਸੀਂ ਪਰਖ ਲਏ। ਤੇ ਭਾਸਕਰ ਸਾਹਿਬ, ਵੈਸੇ ਨਾ ਚੰਗਾ ਨਹੀਂ ਹੁੰਦਾ ਏਦਾਂ ਡਰਾ ਡਰੂ ਕੇ ਅੱਗੇ ਲਾਉਣੇ। ਮੈਂ ਨਹੀਂ ਕਹਿੰਦਾ ਕਿ ਕੋਈ ਡਰਦਾ, ਕਈ ਤਾਂ ਦੇਖੋ ਵੇਰ ਵੀ ਜਾਂਦੇ ਆ। ਰਾਣੇ ਗੁਰਜੀਤ ਸਿੰਘ ਨੂੰ ਡਰਾਉਣ ਲੱਗੇ, ਉਹ ਕਹਿੰਦੇ ਤੁਸੀਂ ਚਾਰੇ ਮੇਰੇ ਖਿਲਾਫ ਲੜ ਲਓ। ਫੇਰ ਕਹਿੰਦੇ ਜੀ ਮੈਂ ਸਿਆਸਤ ਛੱਡ ਦੂੰ ਜੇ ਮੇਰਾ ਮੁੰਡਾ ਉੱਥੋਂ ਦੇ ਅਧਿਕਾਰਤ ਉਮੀਦਵਾਰ ਨਾਲੋਂ ਵੱਧ ਵੋਟਾਂ ਨਾਲ ਲੈ ਗਿਆ। ਤੇ ਜਿਹੜਾ ਪੱਟ ਤੇ ਥਾਪੀ ਮਾਰ ਕੇ ਖਲੋ ਜੇ, ਕਈ ਵਾਰੀ ਫਿਰ ਸਾਹਮਣੇ ਬੰਨੇ 5-7 ਹੋਣ ਤੇ ਉਹ ਵੀ ਖਲੋ ਜਾਂਦੇ ਹੁੰਦੇ ਆ ਕਿ ਯਾਰ ਇਹ ਤਾਂ ਬਾਲਾ ਹੀ ਕੱਬਾ। ਮੈਂ ਭਾਸਕਰ ਸਾਹਿਬ ਮੁੜ ਕੇ ਆਉਣਾ। ਸਾਡਾ ਤਾਂ ਦੇਖੋ ਜੀ, ਕਿਸੇ ਨਾਲ ਨਾ ਕੁਝ ਹਿੱਸਾ ਪੱਤੀ ਆ, ਨਾ ਕਿਸੇ ਨਾਲ ਯਾਰੀ ਆ, ਨਾ ਦੁਸ਼ਮਣੀ ਆ, ਨਾ ਕਾਹੂ ਸੇ। ਖੁਸ਼ਵੰਤ ਸਿੰਘ ਕਹਿੰਦੇ ਹੁੰਦੇ ਸੀ ਨਾ, ਖੁਸ਼ਵੰਤ ਸਿੰਘ 99 ਜੀ ਕੇ ਗਏ। ਜੀ ਤਾਂ ਸਾਰਿਆਂ ਦਾ ਕਰਦਾ ਹੈ, ਪਰ ਬਹੁਤੇ ਵਾਕਿਆ ਹੀ 100 ਨਹੀਂ। ਕਹਿੰਦੇ ਹੁੰਦੇ ਨਰਵਸ 19। ਇਹ ਨਵਜੋਤ ਸਿੰਘ ਸਿੱਧੂ ਬਾਰੇ ਵੀ ਗੱਲ ਹੁੰਦੀ ਸੀ, ਕਹਿੰਦੇ ਸੈਂਕੜਾ ਮਾਰਨ ਤੋਂ ਪਹਿਲਾਂ ਬੜੀ ਵਾਰੀ ਆਊਟ ਹੋ ਜਾਂਦੇ ਸੀ। ਉਹਨਾਂ ਦੀ ਘਰਵਾਲੀ ਤੇ ਕਹਿੰਦੀ ਜਾਣ ਕੇ ਹੋ ਜਾਂਦੇ ਹੁੰਦੇ ਸੀ। ਜਾਣ ਕੇ ਕੋਈ ਨਹੀਂ ਹੁੰਦਾ, ਬਾਅਦ ਚ ਬਹਾਨੇ ਬਣਾ ਲਏ ਜਾਂਦੇ। ਖੈਰ ਮੈਂ ਨਹੀਂ ਕਹਿੰਦਾ ਕਿ ਕੌਣ ਆਊਟ ਹੋਣ ਵਾਲਾ, ਪਰ ਕੈਪਟਨ ਅਮਰਿੰਦਰ ਸਿੰਘ ਨੂੰ ਕੰਮ ਜ਼ਿਆਦਾ ਪੈ ਰਿਹਾ ਹੀ ਨਹੀਂ ਦਿਨੀ। ਬੰਦੇ ਕਹਿੰਦੇ ਤੁਹਾਡੇ ਹੀ ਆ ਜੀ, ਕੀ ਕਹਿੰਦੇ ਹੋ? ਬਿਲਕੁਲ ਠੀਕ ਕਹਿ ਰਹੇ ਹੋ ਰੰਧਾਵਾ ਜੀ। ਬਹੁਤ ਟਾਈਮ ਹੋ ਗਿਆ, ਗੱਲਾਂ ਚੱਲਦੀ ਸੀ, ਇੰਨੇ ਬੰਦਿਆਂ ਦੀ ਲਿਸਟ ਹੈਗੀ ਹੈ, ਮੈਂ ਦੇਤੀ ਹੈ ਜਾਂ ਨਹੀਂ ਦਿੱਤੀ ਹੈ। ਰੇਡਾਂ ਪੈਣਗੀਆਂ, ਰੇਡਾਂ ਪੈ ਗਈਆਂ। ਤੇ ਪਹਿਲੀ ਰੇਡ ਪਈ ਵੀ ਕਿੱਥੇ? ਚਲੋ ਸੁਖਪਾਲ ਸਿੰਘ ਖਹਿਰਾ ਉਹਨਾਂ ਦੇ ਵੀ ਰੇਡ ਪਈ ਸੀ, ਉਹ ਗੱਲ ਪੁਰਾਣੀ ਹੋ ਗਈ। ਲਿਸਟ ਵਾਲੀ ਗੱਲ ਤੇ ਉਸ ਤੋਂ ਬਾਅਦ ਚੋਂ ਨਿਕਲੀ ਕਿ ਵੀ 30 ਐਮਐਲਏਆਂ ਦੀ, ਜਿਹਦੇ ਵਿੱਚ ਕੁਝ ਮੰਤਰੀ ਵੀ ਇਨਕਲੂਡ ਨੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਵੀ ਸਾਰੇ ਇਲੀਗਲ ਮਾਈਨਿੰਗ ਦਾ ਕੰਮ ਕਰਦੇ ਸੀਗੇ, ਔਰ ਮੇਰੇ ਕੋਲ ਪੂਰੇ ਉਹਨਾਂ ਦੇ ਰਿਕਾਰਡ ਹੈਗੇ ਨੇ। ਡਰ ਲੱਗਦਾ ਸੀ ਵੀ ਕਿਤੇ ਦੇ ਨਾ ਦੇਣ, ਹੁਣ ਤੇ ਪਤਾ ਲੱਗਿਆ ਦੇ ਹੀ ਦਿੱਤੀ। ਔਰ ਸ਼ੁਰੂ ਵੀ ਕਿੱਥੋਂ ਕੀਤਾ? ਦੇਖੋ ਅਗਲਿਆਂ ਨੇ ਵੀ ਸ਼ੁਰੂ ਕੀਤਾ ਸਿੱਧਾ ਮੁੱਖ ਮੰਤਰੀ ਦੇ ਭਾਂਜੇ ਤੋਂ। ਔਰ ਮੁੱਖ ਮੰਤਰੀ ਦੇ ਭਾਂਜੇ ਤੇ ਰੇਡ ਪਈ ਤੇ ਮੁੱਖ ਮੰਤਰੀ ਦਾ ਇਹ ਕਹਿਣਾ ਕਿ ਜੀ ਮੈਨੂੰ ਤੇ ਡੱਕਣ ਨੂੰ ਫਿਰਦੇ ਨੇ, ਮੈਨੂੰ ਤੇ ਫਸਾਉਣ ਨੂੰ ਫਿਰਦੇ ਨੇ, ਮੈਨੂੰ ਕਾਗਜ਼ ਨਹੀਂ ਭਰਨ ਦੇਣੇ, ਮੈਨੂੰ ਇਲੈਕਸ਼ਨ ਨਹੀਂ ਲੜਨ ਦੇਣੇ। ਇਹ ਵਿਕਟਿਮ ਕਾਰਡ ਜਿਹੜਾ ਕਹਿੰਦੇ ਆ ਨਾ, ਉਹਨਾਂ ਦਾ ਬਣਦਾ ਵੀ ਸੀਗਾ ਪਲੇ ਕਰਨਾ, ਔਰ ਉਹ ਬਖੂਬੀ ਉਸ ਵਿਕਟਿਮ ਕਾਰਡ ਨੂੰ ਪਲੇ ਕਰ ਰਹੇ ਨੇ। ਹੁਣ ਗੱਲ ਹੈ ਕਿ ਅੱਗੇ ਗੱਲ ਖੜੀ ਕਿੱਥੇ ਹੈ? ਕੋਈ ਕਹਿੰਦਾ 56 ਕਰੋੜ ਦਾ ਸਮਾਨ ਇਕੱਠਾ ਹੋ ਚੁੱਕਿਆ ਹੈ, ਕੋਈ ਕਹਿੰਦਾ 3 ਕੋ ਰਿਸ਼ਤੇਦਾਰ ਹੋਰ ਰੇਡ ਪਾ ਚੁੱਕੇ ਹੈ, ਪੈਣ ਵਾਲੀ ਹੈ। ਕੁਝ ਲੋਕ ਕਹਿੰਦੇ ਨੇ ਦਿੱਲੀ ਤੋਂ ਹੋਰ ਟੀਮਾਂ ਚੱਲ ਪਈਆਂ ਈਡੀ ਦੀ, ਜਿਹੜੀ ਉਹ 30 ਦੀ ਲਿਸਟ ਲੈ ਕੇ, ਤੇ ਪਤਾ ਨਹੀਂ ਕਿੱਥੇ ਕਿੱਥੇ ਰੇਡ ਪੈਣੀ ਹੈ। ਪਰ ਚਲੋ ਇਹਨਾਂ ਅਫਵਾਹਾਂ ਦੇ ਦੌਰ ਦੇ ਵਿੱਚ ਇਹ ਗੱਲ ਸਾਫ਼ ਹੈ ਕਿ ਕਈ ਐਮਐਲਏ ਡਰੇ ਹੋਏ ਨੇ। ਕਈ ਐਮਐਲਏ ਦੇ ਬਾਰੇ 'ਚ ਮੈਂ ਪਤਾ ਵੀ ਕੀਤਾ ਵੀ ਉਹਨਾਂ ਦੀ ਐਕਟੀਵਿਟੀਜ਼ ਕੀ ਹੈ। ਭਾਵੇਂ ਉਹ ਚੋਣਾਂ ਦੇ ਮੈਦਾਨ 'ਚ ਨੇ, ਉਹਨਾਂ ਦੀ ਟਿਕਟ ਵੀ ਅਨਾਉਂਸ ਹੋ ਗਈ ਹੈ, ਪਰ ਹਜੇ ਉਹ ਆਪਣੀ ਵੋਟ ਮੰਗਣ ਵਾਸਤੇ ਲੋਕਾਂ ਕੋਲ ਨਹੀਂ ਜਾ ਪਾਏ। ਉਹ ਵੀ ਖਾਸ ਕਰਕੇ ਤਦ ਜਦ ਈਡੀ ਨੇ ਆਪਣੀ ਰੇਡ ਚੰਨੀ ਉਹਨਾਂ ਦੇ ਭਾਂਜੇ ਦੇ ਉੱਤੇ ਪਾਈ। ਔਰ ਕਿਹਾ ਜਾ ਰਿਹਾ ਹੈ ਕਿ ਉਹਨਾਂ 'ਚੋਂ ਬਹੁਤ ਸਾਰੇ ਬੰਦੇ ਆਪਣੇ ਤਾਰ ਸਿੱਧੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਵੀ ਜਿੱਥੋਂ ਸਭ ਤੋਂ ਜ਼ਿਆਦਾ ਖਤਰਾ ਹੈ ਵੀ ਉੱਥੇ ਜਾ ਕੇ ਸਿੱਧਾ ਪੈਰੀ ਪੈ ਜਾਓ, ਗਲਤੀ ਹੋ ਗਈ, ਬਚਾ ਲਓ। ਔਰ ਤੁਹਾਨੂੰ ਵੀ ਪਤਾ ਹੈ ਕਿ ਕਿੱਥੇ ਗਏ ਹੋਣੇ ਹੈ। ਪਰ ਜੋ ਕੁਝ ਪੰਜਾਬ ਦੇ ਵਿੱਚ ਹੁਣ ਚੱਲ ਰਿਹਾ ਹੈ ਨਾ, ਇੱਕ ਡਰ ਦੀ ਰਾਜਨੀਤੀ, ਔਰ ਸਭ ਲੋਕ ਇਸ ਗੱਲ ਤੋਂ ਡਰ ਰਹੇ ਨੇ ਹੁਣ ਕਿਹਦੀ ਵਾਰੀ ਹੈ, ਮੇਰੀ ਜਾਂ ਕਿ ਤੇਰੀ। ਯਾਨੀ ਜਿਹੜੇ ਬੰਦੇ ਇਸ ਤਰੀਕੇ ਦੇ ਕਾਰੋਬਾਰ ਦੇ ਨਾਲ ਕਨੈਕਟਡ ਸੀਗੇ, ਉਹ ਹੁਣ
ਅਲੱਗ-ਅਲੱਗ ਟੈਲੀਫੋਨਾਂ ਤੋਂ ਇੱਕ ਦੂਜੇ ਨਾਲ ਗੱਲ ਕਰਕੇ ਇਹ ਪੁੱਛ ਰਹੇ ਵੀ ਤੇਰੇ ਤੇ ਨਹੀਂ ਆਏ? ਉਹ ਕਹਿੰਦਾ ਮੇਰੇ ਤੇ ਹਜੇ ਤੱਕ ਤੇ ਨਹੀਂ ਪਹੁੰਚੇ ਪਰ ਆ ਜਾਣੇ ਆ। ਯਾਨੀ ਏਦਾਂ ਦੀ ਗੱਲਾਂ ਜਦ ਚੱਲ ਰਹੀ ਹੁੰਦੀ ਹੈ ਤੇ ਕੀ ਇਲੈਕਸ਼ਨ ਲੜਨਗੇ ਇਹ? ਕਿੱਦਾਂ ਇਲੈਕਸ਼ਨ ਲੜਨਗੇ? ਇਲੈਕਸ਼ਨ ਲੜਨ ਤੋਂ ਪਹਿਲੇ ਜੇ ਦਿੱਲੀ ਤੋਂ ਕੋਈ ਹੁਕਮ ਆ ਗਿਆ, ਜੇ ਬਚਣਾ ਚਾਹੁੰਦੇ ਹੋ ਤੇ ਆਹ ਕਰ ਦਿਓ, ਉਹਨਾਂ ਨੂੰ ਕਰਨਾ ਹੀ ਪੈਣਾ ਹੈ। ਜੇ ਜਿੱਤ ਵੀ ਗਏ ਤੇ ਫਿਰ ਆਹ ਕਰਨਾ ਪਊਗਾ, ਉਹਨਾਂ ਨੂੰ ਕਰਨਾ ਹੀ ਪੈਣਾ ਹੈ। ਏਦਾਂ ਦੇ ਹਾਲਾਤ ਵਿੱਚ ਇਲੈਕਸ਼ਨ ਲੜਨ ਤੋਂ ਪਹਿਲੇ, ਇਲੈਕਸ਼ਨ ਲੜਨ ਤੋਂ ਬਾਅਦ ਉਹਨਾਂ ਦੇ ਕਿਰਦਾਰ ਦੀ ਬੜੀ ਅਨਸਰਟਨਿਟੀ ਜੀ ਬਣੀ ਹੋਈ ਹੈ, ਕਿਉਂਕਿ ਭਾਵੇਂ ਉਹ ਕਾਂਗਰਸ ਦੇ ਖਾਤੇ 'ਚ ਜਿੱਤੇ ਹੋਣ, ਭਾਜਪਾ ਜਿੱਥੇ ਕਹੇਗੀ ਉੱਥੇ ਜਾਣਾ ਪਏਗਾ ਜੇ ਉਹ ਰੇਡ ਤੋਂ ਬਚਣਾ ਚਾਹੁੰਦੇ ਨੇ ਜਾਂ ਉਹ ਰੇਡ ਚਾਹੁੰਦੇ ਨੇ ਕਿ ਰੇਡ ਹਜੇ ਨਾ ਹੋਏ। ਹੁਣ ਰੰਧਾਵਾ ਜੀ ਗੱਲਾਂ ਤੇ ਬਹੁਤ ਸਾਰੀ ਹੈ ਇਸ ਮਾਮਲੇ ਦੇ ਵਿੱਚ ਕਰਨ ਦੀ, ਕਿਉਂਕਿ ਡਰੇ ਹੋਏ ਨੇ। ਹੁਣ ਡਰਿਆ ਹੋਏ ਨੂੰ ਹੋਰ ਡਰਾਉਣ ਦਾ ਕੋਈ ਫਾਇਦਾ ਨਹੀਂ ਹੈਗਾ, ਕਿਉਂਕਿ ਜੇ ਗਲਤ ਕੰਮ ਕੀਤੇ ਆ ਡਰੇ ਤੇ ਹੋਣਗੇ। ਹੁਣ ਗੱਲ ਇੱਥੇ ਹੀ ਰੋਕ ਦਿਓ, ਕਿਉਂਕਿ ਕਈ ਵਾਰ ਗੱਲਾਂ ਨਿਕਲ ਜਾਂਦੀਆਂ ਔਰ ਫਿਰ ਕਈ ਵਾਰ ਗੱਲਾਂ ਦੇ ਵਿੱਚੋਂ ਨਾਂ ਵੀ ਨਿਕਲ ਜਾਂਦੇ ਨੇ, ਫਿਰ ਨਾਂ ਨਿਕਲ ਜਾਂਦੇ ਨੇ ਪੰਗਾ ਪੈ ਜਾਂਦਾ ਹੈ। ਤੇ ਇਸ ਕਰਕੇ ਪਤਾ ਸਾਰਿਆਂ ਨੂੰ ਹੈ ਡਰੇ ਕੌਣ ਨੇ। ਮੈਂ ਤਾਂ ਰੋਕਦਾ ਹੀ ਰਹਿਣਾ ਤੁਹਾਨੂੰ, ਨਾ ਲੈ ਦਿਓ, ਨਾ ਲੈ ਦਿਓ। ਬੜਾ ਔਖਾ ਨਾਂ ਰੱਖਿਆ ਹੁੰਦਾ ਮਾਪਿਆਂ ਨੇ, ਫਿਰ ਨਾ ਵੱਡਾ ਕਰਦੇ ਆ, ਸਾਲਾਂ ਦੇ ਸਾਲ ਲੱਗ ਜਾਂਦੇ ਆ, ਤੁਸੀਂ ਘੜੱਪਦੇ ਨੇ, ਪੰਗਾ ਪਾ ਕੇ ਬਹਿ ਜਾਂਦੇ ਹੋ। ਨਾ ਕਰਿਆ ਕਰੋ ਸ਼ਰਾਰਤਾਂ। ਗੱਲ ਇਹ ਹੈ ਵੀ ਅੱਜ ਕੱਲ ਤਾਂ ਲੋਕ ਨਾ ਇੱਧਰ ਉੱਧਰ ਨਜ਼ਰ ਵੀ ਰੱਖਦੇ ਆ। ਕਿਸੇ ਵੱਡੀ ਕੋਠੀ ਤੇ ਪਿਛਲੇ ਬੰਨੇ ਕਾਗਜ਼ ਨਹੀਂ ਸੜਦੇ ਪਏ ਕਿਤੇ, ਕਹਿੰਦੇ ਅੱਜ ਕੱਲ ਤਾਂ ਕੋਈ ਪੁਰਾਣੇ ਬਿੱਲ ਵੀ 5-4 ਮਹੀਨੇ ਪੁਰਾਣੇ ਹੁਣ ਕਹਿੰਦੇ ਵੀ ਸਾੜ ਸੂਟ ਦੋ, ਲਾਗੇ ਕੋਈ ਸਬੂਤ ਨਹੀਂ ਰੱਖਣਾ। ਆਪਾਂ ਛੱਡ ਦਿੰਨੇ ਗੱਲ। ਤੁਸੀਂ ਕਹਿੰਦੇ ਸੀਗੇ ਕਿ ਜੇ ਅਗਲਿਆਂ ਬਾਹ ਮਰੋੜਤੀ ਤੇ ਆ ਜਾਣਗੇ, ਨਹੀਂ ਹੁਣ ਜਾਣਾ ਕਿਸੇ ਨੇ ਨਹੀਂ ਜੀ। ਹੁਣ ਸੌਦੇ ਹੋਰ ਤਰ੍ਹਾਂ ਦੇ ਨੇ। ਦੇਖੋ ਗੱਲ ਇਹ ਆ ਕਿ ਵਿਕਟਮ ਕਾਰਡ ਦਾ ਵੀ ਬੜਾ ਅਸਰ ਹੈ। ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਫਸਾਉਣ ਦੀ ਕੋਸ਼ਿਸ਼ ਤਾਂ ਕੀਤੀ, ਜਾਂ ਮੈਂ ਨਹੀਂ ਕਹਿੰਦਾ, ਸੌਰੀ ਮੈਂ ਮਾਫੀ ਮੰਗ ਲਈ ਨਾ, ਸਾਨੂੰ ਪਤਾ ਹੀ ਨਹੀਂ ਕੌਣ ਦੋਸ਼ੀ ਹੈ ਕੌਣ ਨਹੀਂ ਦੋਸ਼ੀ, ਕੋਈ ਜ਼ਿੰਮੇਵਾਰ ਹੈਗਾ ਵੀ ਕਿ ਨਹੀਂ ਹੈਗਾ, ਕੌਣ ਕੀ ਕਰ ਰਿਹਾ ਮੈਨੂੰ ਕੁਝ ਨਹੀਂ ਪਤਾ। ਪਰ ਇਹ ਸੱਚ ਆ ਕਿ ਚਰਨਜੀਤ ਸਿੰਘ ਚੰਨੀ ਨੂੰ ਇਸ ਰੇਡ ਤੋਂ ਬਾਅਦ ਹਮਦਰਦੀ ਤਾਂ ਮਿਲੀ, ਨੰਬਰ 1। ਕਿ ਇਸੇ ਹੀ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਜਦੋਂ ਕੋਈ ਇਲੈਕਸ਼ਨ ਦੇ ਮੌਕੇ ਦੇ ਉੱਤੇ ਟਾਰਗੇਟ ਤੇ ਹੁੰਦਾ, ਨਿਸ਼ਾਨੇ ਤੇ ਹੁੰਦਾ, ਤਾਂ ਕੁਦਰਤੀ ਉਸ ਕਮਿਊਨਿਟੀ ਦਾ ਇੱਕ ਰੋਸ, ਇੱਕ ਗੁੱਸਾ ਵੀ ਹੁੰਦਾ। ਉਸ ਗੁੱਸੇ ਨੇ ਜੇ ਵੋਟ 'ਚ ਤਬਦੀਲ ਹੋਣਾ, ਇੱਕ ਛੋਟੀ ਜੀ ਬਰੀਕ ਜੀ ਮਹੀਨ ਜੀ ਲਕੀਰ ਆ ਵੀ ਸਾਡਾ ਬੰਦਾ ਬਣ ਕੇ ਗਿਆ, ਕਿਸੇ ਨੂੰ ਫੁੱਟੀ ਕੌਡੀ ਭਾਇਆ ਨਹੀਂ। ਇਹ ਬੜਾ ਵੱਡਾ ਸਵਾਲ ਆ ਕਿ ਯਾਰ ਕੀ ਹੋ ਗਿਆ ਜੇ ਇੱਕ ਅਨੁਸੂਚਿਤ ਜਾਤੀਆਂ ਵਾਲੇ ਪਾਸਿਓਂ ਬੰਦਾ ਬਣ ਹੀ ਗਿਆ। ਇਹ ਥੱਲਿਓਂ ਗੱਲ ਤੁਰ ਰਹੀ ਆ, ਇਹ ਗੱਲ ਜਿਹੜੀ ਕਿੰਨਾ ਅਸਰ ਛੱਡਦੀ ਮੈਨੂੰ ਨਹੀਂ ਪਤਾ। ਤੇ ਜੇ ਇਹ ਗੱਲ ਵੱਡੀ ਹੋ ਜਾਂਦੀ, ਵਿਸਥਾਰ ਲੈ ਜਾਂਦੀ ਆ, ਤਾਂ ਮੇਰੇ ਖਿਆਲ ਸ਼ਾਇਦ ਕਾਂਗਰਸ ਨੂੰ ਔਰ ਚਰਨਜੀਤ ਸਿੰਘ ਚੰਨੀ ਨੂੰ ਇਹਦਾ ਕਾਫੀ ਵੱਡਾ ਲਾਭ ਮਿਲ ਸਕਦਾ। ਵੋਟਾਂ ਕੰਸੋਲੀਡੇਟ ਹੋ ਸਕਦੀਆਂ ਇਹਨਾਂ ਦਿਨਾਂ 'ਚ। ਕਈ ਵਾਰੀ ਉਲਟ ਅਸਰ ਵੀ ਕਰ ਜਾਂਦੀਆਂ ਇਹ ਚੀਜ਼ਾਂ। ਲੇਕਿਨ ਜੇ ਇਹ ਨਿੱਜ ਦੀ ਰੂਟੀਨ ਦੀ ਪ੍ਰਕਿਰਿਆ ਹੈ, ਤਾਂ ਇਹਦੇ ਵਿੱਚ ਜਿਹੜਾ ਕੋਈ ਮਾਈਨਿੰਗ ਦਾ ਮਾਮਲਾ, ਦੇਖੋ ਮਾਈਨਿੰਗ ਇੱਕ ਮਾਫੀਆ ਹੈ। ਮਾਫੀਏ 10 ਤਰ੍ਹਾਂ ਦੇ ਪਲਦੇ ਆ ਪੰਜਾਬ 'ਚ। ਇੱਕ ਅਫੀਸਰ ਜਿਹੜੇ ਤੁਹਾਡੇ ਨਾਲ ਹੀ ਗੈਰ ਰਸਮੀ ਗੱਲਬਾਤ ਕਰ ਰਹੇ ਸੀਗੇ, ਜਿਵੇਂ ਤੁਸੀਂ ਮੈਨੂੰ ਦੱਸਿਆ ਗੈਰ ਰਸਮੀ ਗੱਲਬਾਤ ਦੇ ਵਿੱਚ, ਕਿ ਇਹ ਅੰਕੜਾ 2 ਲੱਖ ਕਰੋੜ ਤੱਕ ਹੈ ਪਿਛਲੇ 2 ਦਹਾਕਿਆਂ ਦੇ ਅੰਦਰ 2 ਦਹਾਕਿਆਂ ਦੇ 15-18 ਸਾਲਾਂ 'ਚ 2 ਲੱਖ ਕਰੋੜ ਦਾ ਕਾਰੋਬਾਰ। ਤੇ ਕਹਿੰਦੇ ਸਟੇਟ ਦੇ ਖਜ਼ਾਨੇ 'ਚ ਮਹਿਜ ਸੈਂਡ ਮਾਈਨਿੰਗ ਨਾਲ ਸੰਬੰਧਿਤ 2-3 ਹਜ਼ਾਰ ਕਰੋੜ ਤੋਂ ਵੱਧ ਪੈਸੇ ਹੈ ਨਹੀਂਗੇ। ਜੇ ਤੁਸੀਂ ਪਿਛਲੇ 20 ਸਾਲਾਂ ਦੇ ਅੰਦਰ ਦਾ ਸਾਰਾ ਰਿਕਾਰਡ ਦੇਖੋ। ਮੈਂ ਫਿਰ ਉਹਨਾਂ, ਤੁਸੀਂ ਕਹਿ ਰਹੇ ਸੀ ਜਾਣਾ, ਇਸ ਵੇਲੇ ਮੈਨੂੰ ਲੱਗਦਾ ਜਾਣ ਦੀ ਸਥਿਤੀ ਲੰਘ ਗਈ। ਉਂਝ ਵੈਸੇ ਕਹਿੰਦੇ ਸੀ ਵੀਰ ਦਵਿੰਦਰ ਸਿੰਘ ਹੋਰੀ ਸਰਦਾਰ ਸਾਹਿਬ, ਕਹਿੰਦੇ ਸੀ ਸਿਸਮਾਂ ਦੇ ਰਾਵਾਂ 'ਚ ਘਾਹ ਉਗਾਉਣੀਆਂ, ਉੱਗਣ ਦਿੰਦੇ ਅਗਲੇ ਉੱਗਣ ਦਿੰਦੇ ਆ, ਘਾਹ ਖੋਤ ਦਿੰਦੇ ਹੁੰਦੇ ਆ, ਰੈੱਡ ਕਾਰਪਟ ਵਿਛੇ ਹੁੰਦੇ ਆ, ਭਾਵੇਂ ਕੋਈ ਵੀ ਆ ਜੇ। ਗੱਲ ਐ ਨਹੀਂ, ਜਾਂਦੇ ਜਾਂਦੇ ਤੇ ਟਿੱਪਣੀ ਦੋ, ਫਿਰ ਅਗਲੇ ਮੁੱਦੇ ਵੱਲ ਵੱਧਦੇ ਆ। ਉਂਝ ਵੈਸੇ ਪੰਜਾਬ ਦੀ ਰਾਜਨੀਤੀ ਨੂੰ ਜੇਕਰ ਤੁਸੀਂ ਟੇਢੀ ਅੱਖ ਨਾਲ ਨਹੀਂ ਵੇਖੋਗੇ, ਤੁਹਾਨੂੰ ਸਮਝ ਨਹੀਂ ਆਉਣੀ ਕਿਹੜੀ ਚੀਜ਼ ਕਿੱਥੇ ਅਸਰ ਕਰ ਰਹੀ ਆ, ਕਿੱਥੇ ਮਾਰ ਕੀਤੀ ਗਈ ਤੇ ਉਹਨੇ ਜਾ ਕੇ ਅਸਰ ਕਿੱਥੇ ਛੱਡਿਆ। ਇਹ ਵੀ ਅੱਗੇ ਜਾ ਕੇ ਗੱਲ ਕਰਦੇ ਆ ਜੀ। ਦੇਖੋ ਸਿਸਵਾਂ ਦੇ ਜਿਹੜੀ ਮੇਨ ਰੋਡ ਹੈਗੀ ਹੈ ਨਾ, ਉੱਥੇ ਤੇ ਘਾਹ ਮਾੜੇ ਮੋਟੇ ਜੇ ਉੱਗ ਗਏ ਨੇ, ਪਤਾ ਲੱਗਿਆ, ਮੈਂ ਗਿਆ ਨਹੀਂ। ਅੱਛਾ। ਲੇਕਿਨ ਜਿਹੜੇ ਸਿਸਵਾਂ ਦੇ ਪਾਸੇ ਪਿੱਛੇ ਪਾਸੇ ਕੋਈ ਚੋਰ ਦਰਵਾਜ਼ੇ ਜੇ ਰੱਖੇ ਹੋਏ ਨਾ, ਉੱਥੇ ਘਾਹ ਦੱਬ ਗਏ ਨੇ। ਕਾਰਨ ਕਿ ਲੋਕੀ ਰਾਤ ਨੂੰ ਉੱਥੋਂ ਆਉਂਦੇ ਨੇ, ਗੱਲ ਕਰਕੇ ਉਹ ਗਏ। ਹੁਣ ਗੱਡੀਆਂ ਕਿੱਥੇ ਖੜੀ ਕਰਦੇ ਨੇ ਇਹ ਨਹੀਂ ਸਮਝ ਆਇਆ, ਵੀ ਪੂਰਾ ਜੰਗਲ ਆਪ ਪਾਰ ਕਰਕੇ ਆਉਂਦੇ ਨੇ। ਪਰ ਚਲੋ ਇਹ ਤੇ ਗੱਲਾਂ ਹੀ ਹੈਗੀ ਹੈ, ਕਿਉਂਕਿ ਲੋਕ ਵੀ ਬੜੇ ਚਸਕੇ ਲੈਂਦੇ ਆ। ਜਦ ਰਾਜਨੀਤੀ ਦੇ ਵਿੱਚ ਛੋਟੇ ਤੋਂ ਲੈ ਕੇ ਵੱਡਾ ਅੱਜ ਦੀ ਡੇਟ 'ਚ ਇੱਕੋ ਹੀ ਗੱਲ ਕਹਿ ਰਿਹਾ ਕਿ ਵੀ ਕਿਹਦੀ ਸਰਕਾਰ ਆਊਗੀ। ਕੋਈ ਕਹਿੰਦਾ ਆਮ ਆਦਮੀ ਪਾਰਟੀ ਦੀ ਆਊਗੀ, ਕੋਈ ਕਹਿੰਦਾ ਕਾਂਗਰਸ ਦੀ ਆਏਗੀ, ਕੋਈ ਕਹਿੰਦਾ ਕਿਸਾਨ, ਕੋਈ ਕਹਿੰਦਾ ਭਾਜਪਾ ਦੇਖੋ ਤੁਸੀਂ ਕੀ ਕਰਦੀ ਹੈ। ਫਿਰ
5 ਲੈਵਲ ਦੇ ਟੈਸਟ 5 ਕਾਰਨਰਡ ਕੰਟੈਸਟ ਹੁੰਦਾ ਨਾ, ਇਹਦੇ ਵਿੱਚ ਸਾਡੀ ਤੁਹਾਡੀ ਜਿਹੜੀ ਹੈ ਬਹੁਤ ਇੱਕ ਤਰੀਕੇ ਨਾਲ ਮਿਹਨਤ ਬੜੀ ਲੱਗਦੀ ਹੈ ਕਿ ਵੀ ਰੇਲ ਬਣਦੀ ਹੈ। ਹਿਸਾਬ ਕਿਤਾਬ ਲਾਣਾ ਪੈਂਦਾ ਵੀ ਕੌਣ ਕਿਹਦੇ ਵੋਟ ਕੱਟੂਗਾ, ਔਰ ਜਿੰਨੇ ਵੀ ਹਿਸਾਬ ਕਿਤਾਬ ਲੱਗ ਰਹੇ ਆ ਨਾ, ਉਹ ਇੱਕ ਤਰੀਕੇ ਨਾਲ ਜਿਹੜਾ ਟ੍ਰੈਡੀਸ਼ਨ ਹੈ ਵੀ ਜਿੱਦਾਂ ਆਪਾਂ ਕਿਸਾਨ ਲੜ ਰਿਹਾ ਕਿਸੇ, ਤੇ ਲੱਗਦਾ ਹੈ ਕਿ ਵੀ ਇਹ ਤੇ ਸਭ ਤੋਂ ਜ਼ਿਆਦਾ ਵੱਧ ਨੁਕਸਾਨ ਆਮ ਆਦਮੀ ਪਾਰਟੀ ਦਾ ਕਰੂਗਾ, ਫਿਰ ਅਕਾਲੀਆਂ ਦਾ ਕਰੇਗਾ, ਤੇ ਉਸ ਤੋਂ ਬਾਅਦ ਘੱਟ ਨੁਕਸਾਨ ਕਾਂਗਰਸ ਦਾ ਹੋਏਗਾ। ਪਰ ਅਸੀਂ ਇਹ ਗੱਲ ਭੁੱਲ ਜਾਂਦੇ ਹਾਂ ਕਿ ਸ਼ਹਿਰਾਂ ਦੇ ਵਿੱਚ ਵੀ ਕਈ ਲੋਕੀ ਇਹ ਗੱਲ ਕਰਦੇ ਨੇ, ਇੱਕ ਮੌਕਾ ਆਪ ਨੂੰ, ਉਹਦਾ ਨੁਕਸਾਨ ਕਿਹਨੂੰ ਹੋਏਗਾ, ਜਾਂ ਫਿਰ ਕਿਹੜੇ ਬੰਦੇ ਕਿੱਥੇ ਜਾ ਕੇ ਖੜਨਗੇ। ਔਰ ਜਿਹੜੇ ਕਿਸਾਨ ਵੀ ਟਿਕਟ ਵੰਡਦੇ ਨੇ ਉਹਨਾਂ ਦੇ ਉੱਤੇ ਵੀ ਆਰੋਪ ਇਹ ਲੱਗ ਰਿਹਾ ਹੈ ਕਿ ਜਿਹੜੇ ਵਿਨਿੰਗ ਕੈਂਡੀਡੇਟ ਦੂਜੀ ਪਾਰਟੀਆਂ ਦੇ ਨਾ, ਉਹ ਆਪਣੀ ਮਨਪਸੰਦ ਦਾ ਬੰਦਾ ਕਿਸਾਨਾਂ ਵੱਲੋਂ ਖੜਾ ਕਰਵਾਉਣਾ ਚਾਹੁੰਦੇ ਨੇ। ਉਹ ਕਾਫੀ ਜ਼ਿਆਦਾ ਇਹ ਗੱਲ ਫੈਲੀ ਹੋਈ ਹੈ ਕਿ ਵੀ ਜੀ ਉਹ ਕੈਂਡੀਡੇਟ ਚਾਹੁੰਦਾ ਵੀ ਕਿਸਾਨਾਂ ਦਾ ਕੋਈ ਵੀ ਜਿਹੜਾ ਕੈਂਡੀਡੇਟ ਹੈ ਉਹ ਮੇਰੀ ਮਰਜ਼ੀ ਦਾ ਹੋਏ, ਔਰ ਬਲਕਿ ਉਹ ਪੈਸੇ ਵੀ ਉਹਦੇ ਉੱਤੇ ਪੂਰਾ ਲਾਉਣ ਨੂੰ ਤਿਆਰ ਨੇ। ਏਦਾਂ ਦੇ ਹਾਲਾਤ ਵਿੱਚ ਤੁਸੀਂ ਦੇਖੋ ਕਿ ਇਹ ਜਿਹੜੇ ਇਲੈਕਸ਼ਨ ਫ੍ਰੀ ਐਂਡ ਫੇਅਰ ਕਿੱਦਾਂ ਹੋ ਸਕਦੇ ਆ। ਬੜਾ ਔਖਾ ਇਲੈਕਸ਼ਨ ਕਮਿਸ਼ਨ ਵਾਸਤੇ, ਕਿਉਂਕਿ ਪੈਸੇ ਦਾ ਧਾਰਾ ਪ੍ਰਭਾਵ 5-7 ਜਗ੍ਹਾ ਤੋਂ ਹੋਏਗਾ। ਕਿਹੜਾ ਰੋਕੋਗੇ ਤੋਂ ਕਿਹੜਾ ਫੜੋਗੇ। ਸ਼ਰਾਬਾਂ ਦਾ ਸਾਰਾ ਸਿਸਟਮ ਜਿਹਾ, ਉਹ ਕਿਹਦੀ ਸ਼ਰਾਬ ਫੜੀ ਹੈ, ਇਸ ਦੀ ਗੱਲ ਦੀ ਹੀ ਇਨਵੈਸਟੀਗੇਸ਼ਨ ਕਰਨ ਦੇ ਵਿੱਚ 5-7 ਘੰਟੇ ਲੱਗ ਜਾਣਗੇ ਵੀ ਫਲਾਣੇ ਦੀ ਹੈ ਕਿ ਫਲਾਣੇ ਦੀ ਹੈ, ਕਿਉਂਕਿ ਪੰਜੋਂ ਕੈਂਡੀਡੇਟ ਇਸ ਪੂਰੀ ਤਰੀਕੇ 'ਚ ਲੱਗੇ ਹੋਏ ਨੇ ਕਿ ਕਿਸੇ ਤਰੀਕੇ ਨਾਲ ਆਪਾਂ ਜਿੱਤ ਜਾਈਏ। ਸਿਚੁਏਸ਼ਨ ਬੜੀ, ਰੰਧਾਵਾ ਜੀ ਆਪਾਂ ਜਲੰਧਰ ਬੈਠੇ ਆ, ਮਾਲਵੇ ਦੇ ਵਿੱਚ ਜਾ ਕੇ ਦੇਖੋ, ਉੱਥੇ ਤੇ ਕਾਲਾ ਮਾਲਾ ਜਿਹਾ ਹੀ ਹੈਗਾ ਕਿ ਵੀ ਕੌਣ ਜਿੱਤੂਗਾ ਕੌਣ ਨਹੀਂ ਜਿੱਤੂਗਾ, ਕੌਣ ਕਿਹਦੀ ਕੱਟੂਗਾ, ਕੌਣ ਕਿਹਦੇ ਉੱਤੇ ਕੱਟ ਕੇ ਅੱਗੇ ਵਧੂਗਾ। ਯਾਨੀ ਮੁਸ਼ਕਿਲ ਹੈ। ਔਰ ਜਿੱਥੇ ਸਿਸਵਾਂ ਦੀ ਗੱਲ ਤੋਂ ਗੱਲ ਸ਼ੁਰੂ ਹੋਈ ਸੀ, ਸਿਸਵਾਂ ਵਾਲੇ ਵੀ ਹੁਣ ਤੇਜ਼ ਹੋ ਰਹੇ ਨੇ। 30 ਕੁ ਸੀਟਾਂ ਕਹਿੰਦੇ ਲੜਨਗੇ, 30 ਨਹੀਂ ਬਲਕਿ 40। ਨਹੀਂ ਹਾਂ 30 ਤੋਂ ਵੱਧ, 35 ਤੋਂ ਵੀ ਉੱਪਰ ਜਾ ਰਹੇ ਆ। ਔਰ ਢੀਂਡਸਾ ਸਾਹਿਬ 40 ਕਿਹਾ ਗਿਆ। ਹਾਂ 35 ਤੋਂ 40 ਹਜੇ ਤੱਕ ਉਹਨਾਂ ਦੇ ਸਪੋਰਟਰਾਂ ਨੇ ਜੁਆਇਨ ਤੱਕ ਨਹੀਂ ਕੀਤਾ ਹੋਏਗਾ, ਜਿਹੜੇ ਨੋਨ ਫੇਸਿਸ ਹੈਗੇ ਨੇ। ਏਦਾਂ ਦੇ ਹਾਲਾਤ ਵਿੱਚ ਕਿਹਦਾ ਕੈਂਡੀਡੇਟ ਹੋਏਗਾ, ਕਿਹਦੇ ਚੋਣ ਨਿਸ਼ਾਨ ਤੇ ਲੜੇਗਾ, ਹਜੇ ਇਹ ਵੀ ਗੱਲ ਤੈਅ ਨਹੀਂ ਹੋਈ। ਕਿਉਂਕਿ ਅਗਰ ਤੁਸੀਂ ਮੋਟੇ ਤੌਰ ਤੇ ਦੇਖੋ ਕਿ 35-40 ਕੈਂਡੀਡੇਟ ਜਿਹੜੇ ਕਹਿੰਦੇ ਕਹਾਉਂਦੇ ਕੈਂਡੀਡੇਟ ਹੋਣਗੇ, ਉਹ ਕੈਪਟਨ ਸਾਹਿਬ ਦੇ ਨਾਲ ਹਜੇ ਤੱਕ ਨਜ਼ਰ ਨਹੀਂ ਆ ਰਹੇ। ਉਹ ਲਿਆਉਣਗੇ ਕਿੱਥੋਂ ਕੈਂਡੀਡੇਟ? ਉਹ ਜਿਹੜੇ ਜੁਆਇਨ ਕਰਾ ਰਹੇ ਨੇ, ਕੋਈ ਪੱਪੂ ਪ੍ਰਧਾਨ ਜੁਆਇਨ ਕਰ ਗਿਆ, ਫਲਾਣਾ ਜੁਆਇਨ ਕਰ ਗਿਆ, ਉਹਨਾਂ ਨੂੰ ਟਿਕਟਾਂ ਦੇਣਗੇ। ਪਰ ਬੜਾ ਔਖਾ ਹੈਗਾ। ਇਹਦਾ ਮਤਲਬ ਕੈਂਡੀਡੇਟ ਕੋਈ ਭਾਜਪਾ ਦਾ ਹਾਕੀ ਬਾਲ ਤੇ ਲੜੇਗਾ, ਕੋਈ ਹਾਕੀ ਬਾਲ ਵਾਲਾ ਕੈਂਡੀਡੇਟ ਭਾਜਪਾ ਦੇ ਨਿਸ਼ਾਨ ਤੇ ਲੜੇਗਾ। ਫਿਰ ਉਹ ਜਿਹੜੇ ਟੈਲੀਫੋਨ ਵਾਲੇ ਹੈਗੇ ਆ, ਉਹ ਵੀ ਕਾਫੀ ਘੰਟੀਆਂ ਵਜਾ ਰਹੇ ਨੇ ਦੁਆਬੇ ਦੇ ਵਿੱਚ। ਦੁਆਬੇ ਦੇ ਵਿੱਚ ਟੈਲੀਫੋਨ ਵਾਲਿਆਂ ਨੂੰ ਵੀ ਕਹਿੰਦੇ 2-3 ਢੀਂਡਸਾ ਸਾਹਿਬ ਦੀ ਗੱਲ ਕਰ ਰਹੇ ਆ, ਜਦੋਂ ਮੈਂ ਟੈਲੀਫੋਨ ਵਾਲੀ ਦੀ ਗੱਲ ਕਰਦੇ ਆ ਜੀ 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 ਦੇ ਉੱਤੇ ਉਹ ਟੈਲੀਫੋਨ ਵਾਲਿਆਂ ਦੇ ਵੀ ਲੜਨ ਦੀ ਉਮੀਦ ਹੈਗੀ ਹੈ। ਯਾਨੀ ਐਤਕੀ ਤੇ ਚੋਣ ਨਿਸ਼ਾਨ ਇੰਨਾ ਵੱਡਾ ਹੋਏਗਾ ਵੀ ਕਹਿੰਦੇ ਆ ਹਾਕੀ ਦਾ ਕਪਤਾਨ ਕੈਪਟਨ ਸਿੰਘ, ਕੈਪਟਨ ਪ੍ਰਗਟ ਸਿੰਘ, ਔਰ ਦੂਜੇ ਪਾਸੇ ਚੋਣ ਨਿਸ਼ਾਨ ਕਿਸੇ ਦੂਜੇ ਦਾ ਹਾਕੀ ਬਾਲ। ਯਾਨੀ ਬੜਾ ਕਨਫਿਊਜ਼ਨ ਜਾ ਹੋਏਗਾ। ਨਹੀਂ ਠੀਕ ਗੱਲ ਤੁਹਾਡੀ, ਉਹ ਗੱਲ ਪਹਿਲਾਂ ਤੈਅ ਹੋ ਗਈ ਸੀ ਸਰ। ਤੁਸੀਂ ਤਾਂ ਸਿਆਣੇ ਹੋ ਜਾਣੀ ਜਾਣੋ, ਪਹਿਲਾਂ ਤੈਅ ਹੋ ਗਈ ਸੀ। ਕਹਿੰਦੇ ਦੇਖੋ ਢੀਂਡਸਾ ਸਾਹਿਬ, ਤੁਹਾਡੀਆਂ ਜੇ ਜਿੰਨੀਆਂ ਵੀ ਮੰਨ ਲਓ ਤੁਸੀਂ ਲੈਣੀਆਂ, ਮੰਨ ਲਓ ਤੁਹਾਨੂੰ 15 ਦਿਨ ਆ, ਜੇ ਤੁਹਾਡੇ ਕੈਂਡੀਡੇਟ ਵੀ ਹੋਣਗੇ ਤਾਂ 5 ਸਾਡੇ ਤੋਂ ਲੜ ਲੈਣਗੇ, ਕਿਹੜਾ ਕੁਝ ਵੰਡਿਆ। ਤੇ ਕਪਤਾਨ ਸਾਹਿਬ ਕਹਿੰਦੇ ਜੀ ਮੈਂ ਤਾਂ 2 ਵਾਰ ਦਾ ਮੁੱਖ ਮੰਤਰੀ ਆ, ਮੈਂ ਕਿੱਦਾਂ 40 ਤੋਂ ਥੱਲੇ ਆਵਾਂ। ਗੱਲ ਮੁੱਕਦੀ ਮੁਕਾਉਂਦੀ ਇਸ ਗੱਲ ਤੇ ਆਈ ਹੋਊਗੀ ਨਾ ਕਿ ਠੀਕ ਆ, ਜੇ ਬੰਦੇ ਸਿੱਧੇ ਭਾਜਪਾ ਨਾਲ ਸ਼ਾਮਲ ਹੋਣਾ ਚਾਹੁੰਦੇ, ਵੱਡੀ ਪਾਰਟੀ 'ਚ ਕੇਂਦਰੀ ਸੱਤਾ ਨਾਲ ਜੁੜਨਾ ਚਾਹੁੰਦੇ, ਜੁੜਨ ਦਿਓ, ਕੀ ਫਰਕ ਪੈਂਦਾ। ਲੜਾ ਅਸੀਂ ਤੁਹਾਡੇ ਚੋਣ ਨਿਸ਼ਾਨ ਤੋਂ ਦਵਾਂਗੇ। ਇਹ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਹੁਣ ਆਖਿਰ ਚ ਇੰਝ ਆ ਕਿ ਉਮੀਦਵਾਰ ਜਿਹੜਾ ਤਗੜਾ ਹੋਣਾ ਚਾਹੀਦਾ, ਚੋਣ ਨਿਸ਼ਾਨ ਦਾ ਕੀ ਆ, ਇਹ ਤਾਂ ਚੋਣ ਕਮਿਸ਼ਨ ਨੇ ਦਿੱਤੇ ਆ ਜੀ। ਤੇ ਇਹ ਇਸ ਇਲੈਕਸ਼ਨ ਲਈ ਨੇ, ਅਜੇ ਕੀ ਪਤਾ ਹੈ ਕਿ ਤੁਸੀਂ ਅੱਗੇ ਜਾ ਕੇ ਇਲੈਕਸ਼ਨਾਂ ਲੜਨੀਆਂ ਵੀ ਕਿ ਨਹੀਂ, ਤੇ ਜਾਂ ਕਿਸ ਦਿਸ਼ਾ 'ਚ ਜਾਣਾ। ਇਸ ਗੱਲ ਨੂੰ ਜੇ ਹੁਣ ਪਲ ਦੀ ਪਲ ਪਾਸੇ ਰੱਖੀਏ, ਇਹ ਗੱਲ ਸੱਚਮੁੱਚ ਠੀਕ ਹੈ ਕਿ ਇੱਕ ਅੱਧੇ ਦਿਨ ਦੇ ਵਿੱਚ ਅਨਾਉਂਸਮੈਂਟ ਬੀਜੇਪੀ ਔਰ ਇਸ ਗੱਠਜੋੜ ਦੀ ਹੋ ਜਾਣੀ ਆ। ਸੁਣਿਆ 4 ਕੁ ਸੀਟਾਂ ਜਾਂ 4 ਤੋਂ ਜ਼ਿਆਦਾ ਜਿਹੜੇ ਬੈਂਸ ਭਰਾ ਨੇ ਉਹਨਾਂ ਦੀ ਵੀ ਗੱਲ ਚੱਲਦੀ। ਅਸੀਂ ਇਸ ਗੱਲ ਦੀ ਪੁਸ਼ਟੀ ਬਿਲਕੁਲ ਨਹੀਂ ਕਰ ਰਹੇ ਔਰ ਇਹ ਗੱਲ ਨੂੰ ਅਸੀਂ ਕੋਈ ਤਸਦੀਕ ਨਹੀਂ ਕਰ ਰਹੇ, ਲੇਕਿਨ ਇਹ ਗੱਲ ਮੰਨੀ ਜਾ ਰਹੀ ਹੈ ਕਿ ਕੋਈ 70 ਤੋਂ 2-4 ਘੱਟ ਸੀਟਾਂ ਦੇ ਉੱਤੇ ਹੀ ਬੀਜੇਪੀ ਲੜੂਗੀ ਤੇ ਬਾਕੀ ਸਾਰਿਆਂ 'ਚ ਵੰਡ ਹੋ ਸਕਦੀਆਂ। ਲੇਕਿਨ ਜਦੋਂ ਆਮ ਆਦਮੀ ਪਾਰਟੀ ਭਗਵੰਤ ਮਾਨ ਨੂੰ ਉਤਾਰਦੀ ਆ, ਅੱਜ ਫਿਰ ਉਹਨੂੰ ਪੱਕੇ ਪੈਰੀਂ ਵੀ ਉਤਾਰ ਦਿੰਦੀ ਆ। ਧੂਰੀ ਤੋਂ ਉਹਨੂੰ ਲੜਾਉਣ ਦਾ ਐਲਾਨ ਰਸਮੀ ਹੋ ਗਿਆ। ਮੈਂ ਤਾਂ ਉਹ ਚਿੱਠੀ ਦੇਖੀ ਨਹੀਂ, ਜੇ ਤੁਸੀਂ ਦੇਖੀ ਆ ਤਾਂ ਮੇਰਾ ਖਿਆਲ ਉਹ ਐਲਾਨ ਹੋ ਚੁੱਕਿਆ। ਔਰ ਉਸ ਤੋਂ ਬਾਅਦ ਭਗਵੰਤ ਮਾਨ ਨੇ ਆਪਣੀਆਂ ਤਰਜੀਹਾਂ ਵੀ ਕਲੀਅਰ ਕਰਤੀਆਂ। ਹੁਣ ਅਹਿਮ ਸਵਾਲ ਆ, ਮੈਂ ਆਸ਼ੂਤੋਸ਼ ਨੂੰ ਸੁਣਦਾ ਸੀ ਇੱਕ ਟੀਵੀ ਚੈਨਲ ਤੇ, ਮੇਰੇ ਖਿਆਲ ਤੁਸੀਂ ਵੀ ਉਹਨੂੰ ਐਨਾਲਾਈਜ਼ ਕੀਤਾ ਹੈ।
ਜਦੋਂ ਕੋਈ ਆਮ ਆਦਮੀ ਪਾਰਟੀ ਦੇ ਬੌਸ ਦੇ ਨੇੜੇ ਨੇੜੇ ਰਹਿਣ ਵਾਲਾ ਬੰਦਾ ਗਿਣਤੀਆਂ ਮਿਣਤੀਆਂ ਦੇ ਨਜ਼ਰੀਏ ਤੋਂ ਪੰਜਾਬ ਨੂੰ ਪ੍ਰਭਾਸ਼ਿਤ ਕਰ ਰਿਹਾ ਹੁੰਦਾ, ਉਹਨੂੰ ਸੁਣਨਾ ਬਣਦਾ ਹੈ। ਜੇ ਇਹ 3 ਇਲੈਕਸ਼ਨਾਂ ਦੇ ਅੰਕੜਿਆਂ ਨੂੰ ਜਦੋਂ ਸਾਹਮਣੇ ਰੱਖ ਕੇ ਬੰਦਾ ਆਮ ਆਦਮੀ ਪਾਰਟੀ ਦੀ ਗੱਲ ਕਰ ਰਿਹਾ, ਤਾਂ ਮੈਂ ਚਾਹੂੰਗਾ ਕਿ ਉਹ ਜਦੋਂ ਮਾਝੇ ਤੇ ਦੁਆਬੇ ਦਾ ਅੰਕਲਨ ਕਰਦਾ ਹੈ, ਜਦੋਂ ਉਹ ਮਾਝੇ ਤੇ ਦੁਆਬੇ ਦੀਆਂ 19, 17, 14 ਤੇ ਦਰਮਿਆਨ ਦੇ ਮਿਊਨਿਸਪੈਲਿਟੀ ਤੇ ਜਿਹੜੇ ਦੂਜੇ ਸਥਾਨਕ ਸਰਕਾਰਾਂ ਦੇ ਇਲੈਕਸ਼ਨਸ ਨਤੀਜਿਆਂ ਦੀ ਗੱਲ ਕਰਦਾ ਹੈ, ਤਾਂ ਉਹ ਗੱਲ ਵਜਨਦਾਰ ਕਰਦਾ ਹੈ। ਉਹ ਜਦੋਂ ਸਰਵੇਆਂ ਦੀ ਗੱਲ ਕਰ ਰਿਹਾ ਬੰਦਾ, ਤੇ ਉਹ ਕਹਿੰਦਾ ਸਾਰੇ ਸਰਵੇ ਤੁਸੀਂ ਮਾਲਵਾ ਬੈਲਟ ਦੇ ਆਧਾਰਿਤ ਜਿੱਥੋਂ 69 ਸੀਟਾਂ ਆਉਂਦੀਆਂ ਉਹਦੇ ਉੱਤੇ ਫੋਕਸ ਕਰਕੇ ਬਣਾ ਲੈਂਦੇ ਹੋ। ਮਾਲਵੇ ਬੈਲਟ ਵਿੱਚ ਆਮ ਆਦਮੀ ਪਾਰਟੀ ਦਾ ਆਧਾਰ ਤਗੜਾ ਹੈ, ਪਰ ਜਿੰਨਾ ਚਿਰ ਉਹ 15-20 ਸੀਟਾਂ ਇੱਥੋਂ ਨਹੀਂ ਜਿੱਤਦੀ, ਉਹਨੂੰ ਤੁਸੀਂ ਕਿਵੇਂ ਜਿਹੜੀ ਜੇਤੂ ਪਾਰਟੀ ਵਜੋਂ ਤਸਲੀਮ ਕਰ ਸਕਦੇ ਹੋ? ਮੈਨੂੰ ਉਹ ਦੱਸਿਓ। ਆਸ਼ੂਤੋਸ਼ ਦਾ ਉਹ ਮੈਨੂੰ ਅੰਕਲਨ ਚੰਗਾ ਲੱਗਿਆ, ਤੇ ਤੁਹਾਡਾ ਆਪਣਾ ਉਹਦੇ ਚ ਇਨਪੁਟਸ ਕੀ ਨੇ, ਤੁਸੀਂ ਜਰੂਰ ਆਪਣੇ ਸ਼ਬਦਾਂ ਚ ਬਿਆਨ ਕਰਿਓ, ਤਾਂ ਕਿ ਭਗਵੰਤ ਮਾਨ ਦੀ ਤਾਜਪੋਸ਼ੀ ਤੋਂ ਬਾਅਦ ਅੱਜ ਉਹਦਾ ਐਲਾਨਨਾਮੇ ਨਾਲ ਆਮ ਆਦਮੀ ਪਾਰਟੀ ਦੀ ਸਥਿਤੀ ਨੂੰ ਸਮਝ ਸਕੀਏ। ਰੰਧਾਵਾ ਜੀ, ਅਗਰ ਅਸੀਂ ਆਮ ਆਦਮੀ ਪਾਰਟੀ ਦੀ ਅਗਰ ਗੱਲ ਕਰਦੇ ਹਾਂ ਵੀ ਆ ਸਕਦੀ ਹੈ, ਜਿੱਦਾਂ ਕਈ ਸਰਵੇ ਵੀ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ 1 ਨੰਬਰ ਦੀ ਪਾਰਟੀ ਹੋਏਗੀ, ਭਾਵੇਂ ਉਹ ਸੱਤਾ ਤੋਂ ਥੋੜੀ ਪਿੱਛੇ ਰਹਿ ਜਾਏਗੀ। ਉਹਦਾ ਆਧਾਰ ਵਾਕਈ ਮਾਲਵਾ ਦੇ ਵਿੱਚ ਹੋਇਆ ਸਰਵੇ ਹੈ। ਜਿੱਥੇ ਤੱਕ ਦੁਆਬੇ ਦੀ ਗੱਲ ਕਰੀਏ, ਦੁਆਬੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਪੱਖ 'ਚ ਅੰਡਰ ਕਰੰਟ ਨਜ਼ਰ ਤੇ ਆਉਂਦਾ ਹੈ, ਪਰ ਤੁਹਾਨੂੰ ਇਹ ਗੱਲ ਸਮਝਣੀ ਹੋਏਗੀ, ਅੰਡਰ ਕਰੰਟ ਨੂੰ ਪੋਲਿੰਗ ਬੂਥ ਤੇ ਲਿਜਾਣ ਵਾਸਤੇ ਵਲੰਟੀਅਰਸ ਦੀ ਲੋੜ ਹੁੰਦੀ ਹੈ। ਅੰਡਰ ਕਰੰਟ ਵਾਲੇ ਵੋਟ ਨੂੰ ਖੜ ਕੇ ਵੋਟ ਪਵਾਉਣ ਵਾਸਤੇ ਇੱਕ ਬੂਥ ਲੈਵਲ ਤੇ ਟੀਮ ਦੀ ਜ਼ਰੂਰਤ ਹੁੰਦੀ ਹੈ। 2017 ਦੇ ਵਿੱਚ ਭਾਵੇਂ ਆਮ ਆਦਮੀ ਪਾਰਟੀ ਦੇ ਪੱਖ 'ਚ ਇੱਕ ਲਹਿਰ ਸੀਗੀ, ਇੱਕ ਵੇਵ ਸੀਗੀ, ਪਰ ਬੂਥ ਉਹਨਾਂ ਦੇ ਵੀ ਖਾਲੀ ਸੀਗੇ। ਯਾਨੀ ਬਹੁਤ ਜਗ੍ਹਾ ਤੇ ਆਮ ਆਦਮੀ ਪਾਰਟੀ ਦੇ ਬੂਥ ਹੀ ਨਹੀਂ ਲੱਗੇ ਸੀਗੇ। ਪਰ ਫਿਰ ਅਗਰ ਜਦ ਗੱਲ ਬੂਥਾਂ ਦੀ ਕਰਦੇ ਹਾਂ, ਤੇ ਕਈ ਇਸ ਤਰ੍ਹਾਂ ਦੇ ਬੂਥ ਨਾ ਲੱਗਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੁਆਬੇ ਦੇ ਵਿੱਚ ਵੀ 25 ਤੋਂ 30 ਹਜ਼ਾਰ ਵੋਟ ਲੈ ਗਏ ਸੀ। ਹੁਣ ਐਤਕੀ ਸਿਚੁਏਸ਼ਨ ਵੱਖਰੀ ਹੈ, ਵੇਵ ਨਹੀਂ ਹੈਗੀ ਆਮ ਆਦਮੀ ਪਾਰਟੀ ਦੇ ਪੱਖ 'ਚ, ਅੰਡਰ ਕਰੰਟ ਮਹਿਸੂਸ ਕੀਤਾ ਜਾ ਰਿਹਾ ਹੈ। ਇਸ ਕਰਕੇ ਸਾਡੇ ਵਰਗੇ ਐਨਾਲਿਸਟ ਵੀ ਕਈ ਵਾਰ ਇਸ ਗੱਲ ਨੂੰ ਭੁੱਲ ਜਾਂਦੇ ਨੇ ਕਿ ਅੰਡਰ ਕਰੰਟ ਨੂੰ ਵੋਟਾਂ ਦੇ ਵਿੱਚ ਕਨਵਰਟ ਕਰਨ ਵਾਸਤੇ ਪਾਰਟੀ ਦੇ ਵਿੱਚ ਵੀ ਕਰੰਟ ਹੋਣਾ ਚਾਹੀਦਾ ਹੈ। ਪਾਰਟੀ ਨੇ ਜਿਹੜਾ ਵੋਲੰਟੀਅਰਸ ਦਾ ਜਾਂ ਆਰਗੇਨਾਈਜੇਸ਼ਨਲ ਬੇਸ ਖੜਾ ਕੀਤਾ ਸੀਗਾ, ਖਾਸ ਕਰਕੇ ਦੁਆਬੇ ਦੇ ਵਿੱਚ ਜਾਂ ਮਾਝੇ ਦੇ ਵਿੱਚ, ਉਹ ਕਿਸੇ ਨਾ ਕਿਸੇ ਜਗ੍ਹਾ ਘਟਿਆ ਹੈ, ਵਧਿਆ ਨਹੀਂ। ਕਿਉਂਕਿ ਜੇ ਜਲੰਧਰ ਦੀ ਗੱਲ ਕਰੀਏ, ਤੇ ਜਲੰਧਰ ਦੇ ਜਿਹੜੇ ਪ੍ਰਧਾਨ ਹੁੰਦੇ ਸੀ ਆਮ ਆਦਮੀ ਪਾਰਟੀ ਦੇ, ਔਰ ਸਭ ਤੋਂ ਪੁਰਾਣੇ ਇੱਕ ਵੋਲੰਟੀਅਰ ਹੁੰਦੇ ਸੀ ਡਾਕਟਰ ਸ਼ਿਵਦਿਆਲ ਮਾਲੀ, ਉਹਨਾਂ ਨੂੰ ਪਾਰਟੀ ਨੇ ਕੱਢ ਦਿੱਤਾ ਐਂਟੀ ਪਾਰਟੀ ਐਕਟੀਵਿਟੀਜ਼ ਵਾਸਤੇ। ਔਰ ਜਿੰਨੇ ਵੀ ਪੁਰਾਣੇ ਕੈਂਡੀਡੇਟਸ ਪਿਛਲੀ ਵਾਰ ਜਦ ਲੜੇ ਸੀਗੇ, ਜਾਂ ਤੇ ਉਹ ਕਿਸੇ ਦੂਜੀ ਪੋਲੀਟੀਕਲ ਪਾਰਟੀ ਦੇ ਵਿੱਚ ਹੈਗੇ ਨੇ, ਜਾਂ ਅੱਜ ਉਸ ਪਾਰਟੀ ਦੇ ਵਿੱਚ ਨਹੀਂ ਹੈਗੇ। ਜਿੰਨੇ ਵੀ ਨਵੇਂ ਕੈਂਡੀਡੇਟ ਉਤਾਰੇ ਨੇ ਜਲੰਧਰ ਤੋਂ, ਉਹ ਸਾਰੇ ਤਕਰੀਬਨ ਨਵੇਂ ਹੈਗੇ ਨੇ। ਏਦਾਂ ਦੇ ਹਾਲਾਤ ਵਿੱਚ ਜੇ ਤੁਸੀਂ ਕਹੋ ਕਿ ਆਮ ਆਦਮੀ ਪਾਰਟੀ ਦੇ ਨਾਂ ਤੇ ਸੁਨਾਮੀ ਚੱਲ ਰਹੀ ਹੈ, ਤੇ ਉਸ ਸੁਨਾਮੀ ਨੂੰ ਹਜੇ ਤੱਕ ਅਸੀਂ ਮਹਿਸੂਸ ਤੇ ਨਹੀਂ ਕਰ ਪਾਏ। ਭਗਵੰਤ ਮਾਨ ਉਹਨਾਂ ਦੇ ਬਤੌਰ ਮੁੱਖ ਮੰਤਰੀ ਪ੍ਰੋਜੈਕਟ ਕਿਤੇ ਜਾਣ ਤੋਂ ਬਾਅਦ ਉਹਦਾ ਰੰਗ ਮਾਲਵੇ ਦੇ ਵਿੱਚ ਤਾਂ ਦੇਖਿਆ ਗਿਆ, ਔਰ ਮਾਲਵੇ ਦੇ ਕੁਝ ਸ਼ਹਿਰਾਂ ਦੇ ਵਿੱਚ ਦੇਖਿਆ ਗਿਆ, ਔਰ ਖਾਸ ਕਰਕੇ ਬਰਨਾਲਾ, ਸੰਗਰੂਰ, ਬਠਿੰਡਾ, ਫਿਰੋਜ਼ਪੁਰ ਵਗੈਰਾ ਸਾਈਡ ਵੀ ਇਹਦਾ ਇੰਪੈਕਟ ਕਾਫੀ ਘੱਟ ਹੈਗਾ। ਏਦਾਂ ਦੇ ਹਾਲਾਤ ਵਿੱਚ ਜੇ ਮਾਲਵੇ ਨੂੰ ਹੀ ਆਧਾਰ ਬਣਾ ਕੇ ਸਰਵੇ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪੱਖ 'ਚ ਨੰਬਰ 1 ਦੀ ਪਾਰਟੀ ਉਜਾਗਰ ਹੋਣ ਦੀ ਗੱਲ ਕਰਦੇ ਨੇ, ਤੇ ਕਿਸੇ ਨਾ ਕਿਸੇ ਜਗ੍ਹਾ ਇਹਨਾਂ ਦੇ ਸਰਵੇ ਦੇ ਵਿੱਚ ਕੋਈ ਨਾ ਕੋਈ ਕਮੀ ਹੁੰਦੀ ਹੈ। ਪਰ ਦੂਜੇ ਪਾਸੇ ਇੱਕ ਕਨਫਿਊਜ਼ਨ ਜ਼ਰੂਰ ਪੈਦਾ ਹੋਇਆ ਕਿ ਪਿਛਲੀ ਵਾਰ ਦੁਆਬੇ ਤੋਂ ਔਰ ਮਾਝੇ ਤੋਂ ਆਮ ਆਦਮੀ ਪਾਰਟੀ, ਦੁਆਬੇ ਤੋਂ ਮੇਰੇ ਖਿਆਲ ਨਾਲ 2 ਸੀਟਾਂ ਆਈ ਸੀਗੀਆਂ ਇਹਨਾਂ ਦੀ, ਇੱਕ ਜਿਹੜਾ ਹੁਸ਼ਿਆਰਪੁਰ ਵਾਲੀ ਸਾਈਡ ਤੋਂ ਤੇ ਇੱਕ ਭਲੱਥ ਤੋਂ। ਉਹਨਾਂ ਵਿੱਚੋਂ ਭਲੱਥ ਵਾਲੇ ਤੇ ਰਹੇ ਨਹੀਂ, ਹੁਣ ਉਹ ਅੰਦਰ ਨੇ ਫਿਲਹਾਲ, ਪਰ ਕਾਂਗਰਸ ਦੀ ਟਿਕਟ ਵੀ ਉਹਨਾਂ ਨੂੰ ਮਿਲ ਚੁੱਕੀ ਹੈ। ਮਾਝੇ ਤੋਂ ਇੱਕ ਵੀ ਸੀਟ ਨਹੀਂ ਆਈ। ਕੀ ਲੱਗਦਾ ਤੁਹਾਨੂੰ ਐਤਕੀ ਸੀਟਾਂ ਆਉਣਗੀਆਂ ਔਰ ਉਹ ਕੁਝ ਕਰ ਪਾਣਗੇ? ਜਦ ਤੱਕ ਦੁਆਬੇ ਤੇ ਮਾਝੇ ਤੋਂ 15 ਤੋਂ 20 ਸੀਟਾਂ ਆਮ ਆਦਮੀ ਪਾਰਟੀ ਨਹੀਂ ਲੈ ਕੇ ਜਾਂਦੀ, ਤਦ ਤੱਕ ਉਹਨਾਂ ਦੀ ਸਰਕਾਰ ਬਣਨ ਦੇ ਚਾਂਸਸ ਬਿਲਕੁਲ ਵੀ ਨਹੀਂ। ਬਿਲਕੁਲ। ਇੱਥੇ ਜੇ ਤੁਸੀਂ ਮਾਝੇ ਦੀ ਗੱਲ ਕਰਦੇ ਹੋ, ਕਿਉਂਕਿ ਮੈਂ ਮਾਝੇ 'ਚ ਬੈਠਾ ਹਾਂ, ਤਾਂ ਸਭ ਤੋਂ ਅਹਿਮ ਕੈਂਡੀਡੇਟ ਇਹਨਾਂ ਕੋਲੇ ਆ ਕੁੰਵਰ ਵਿਜੇ ਪ੍ਰਤਾਪ ਸਿੰਘ, ਜਿਹੜੇ ਕਦੇ ਸੀਐਮ ਫੇਸ ਵਜੋਂ ਵੀ ਅੰਕੇ ਗਏ ਹੋਣਗੇ ਸ਼ੁਰੂਆਤ ਦੇ ਵਿੱਚ, ਔਰ ਸਭ ਤੋਂ ਚਰਚਿਤ ਚਿਹਰਾ ਪੰਜਾਬ ਦੀ ਰਾਜਨੀਤੀ 'ਚ, ਇੱਕ ਬਿਹਤਰ ਪੁਲਿਸ ਅਫਸਰ ਵਜੋਂ ਬੇਅਦਬੀ ਮਾਮਲਿਆਂ ਦੇ ਦੌਰਾਨ ਜਿਸ ਤਰ੍ਹਾਂ ਦਾ ਉਹਨਾਂ ਦਾ ਭੂਮਿਕਾ ਸੀ, ਔਰ ਜਿਸ ਤਰੀਕੇ ਨਾਲ ਅਗਰੈਸਿਵਲੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ, ਉਸ ਵਿਅਕਤੀ ਦੀ ਸੀਟ ਨੂੰ ਵੀ ਜੇ ਤੁਸੀਂ ਧਿਆਨ 'ਚ ਰੱਖੋਗੇ ਤਾਂ ਉੱਥੋਂ ਵੀ ਅਨਲ ਜੋਸ਼ੀ, ਜਿਨ੍ਹਾਂ ਤੇ ਕਈ ਇਲਜ਼ਾਮ ਵੀ ਆਉਂਦੇ ਰਹੇ ਆ, ਉਹ ਅਕਾਲੀ ਦਲ ਵੱਲੋਂ ਲੜ ਰਹੇ ਆ। ਸੁਨੀਲ ਦੱਤੀ, ਉਹ ਵੀ ਇੱਕ ਵੱਡੇ ਕਾਂਗਰਸੀ ਨੇ, ਉਹ ਵੀ ਸੀਟਾਂ ਫਸੀਆਂ ਹੋਈਆਂ ਨੇ, ਕੋਈ ਕੁਝ ਨਹੀਂ ਕਹਿ ਸਕਦਾ।
ਹਾਲਾਂਕਿ ਕੁੰਵਰ ਵਿਜੇ ਪ੍ਰਤਾਪ ਬਹੁਤ ਪਹਿਲਾਂ ਦੇ ਆਪਣਾ ਚੋਣ ਮੁਹਿੰਮ ਸ਼ੁਰੂ ਕਰ ਚੁੱਕੇ ਆ ਔਰ ਉਹਨਾਂ ਦਾ ਨਜ਼ਰੀਆ ਵੀ, ਉਹਨਾਂ ਦਾ ਲਹਿਜਾ ਵੀ ਬੜਾ ਤਿੱਖਾ ਹੈ ਔਰ ਉਹ ਕਹਿ ਰਹੇ ਨੇ ਕਿ ਮੈਂ ਸਿਸਟਮ ਬਦਲਣਾ ਆ, ਕੋਈ ਮੈਂ ਇੱਥੋਂ ਕਮਾਈ ਕਰਨ ਜਾਂ ਇੱਥੋਂ ਕੋਈ ਸੱਤਾ ਦੇ ਵਿੱਚ ਹਿੱਸਾ ਲੈਣ ਬਣਾਉਣ ਨਹੀਂ ਆਇਆ। ਉਹਨਾਂ ਦੇ ਸਲੋਗਨ ਬੜੇ ਸਾਫ਼ ਆ। ਪਰ ਹੁਣ ਵੇਖਣ ਵਾਲੀ ਗੱਲ ਆ ਕਿ ਗੁਰਦਾਸਪੁਰ ਜ਼ਿਲ੍ਹੇ 'ਚ, ਜੇ ਅੰਮ੍ਰਿਤਸਰ ਤੋਂ ਪਾਸੇ ਚਲੇ ਜਾਓ, ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਥੇਦਾਰ ਸੇਵਾ ਸਿੰਘ ਦੇ ਸੇਖਵਾਂ ਸਾਹਿਬ ਦੇ ਜਿਹੜੇ ਮਰਹੂਮ ਨੇ, ਉਹਨਾਂ ਦੇ ਸਪੁੱਤਰ ਜਗਰੂਪ ਸਿੰਘ ਸੇਖਵਾਂ, ਕੁਝ ਕੁ ਨਾਮਵਰ ਚਿਹਰੇ ਜਿਹੜੇ ਸ਼ੁਰੂਆਤ ਤੋਂ ਲੜਾਈ ਲੜ ਰਹੇ ਆ, ਪਿਛਲੇ 3 ਮਹੀਨਿਆਂ ਤੋਂ ਲੱਗੇ ਹੋਏ ਆ, ਫਿਰ ਵੀ ਇਸ ਮੌਕੇ ਤੇ ਤੁਸੀਂ ਸਾਫ਼ ਲਫ਼ਜ਼ਾਂ 'ਚ ਕਹੋ ਕਿ ਕੋਈ ਸੀਟ ਜਿੱਤੀ ਹੋਈ ਨਜ਼ਰ ਆ ਰਹੀ ਆ। ਜਿੱਦਾਂ ਅਮੂਮਨ ਵਿਕਰਮ ਸਿੰਘ ਮਜੀਠੀਆ ਦੀ ਸੀਟ ਨੂੰ ਜਿੱਤੀ ਹੋਈ ਸੀਟ ਮੰਨਿਆ ਜਾਂਦਾ, ਜਿਵੇਂ ਅਕਸਰ ਕੈਪਟਨ ਅਮਰਿੰਦਰ ਸਿੰਘ ਦੀ ਸੀਟ ਨੂੰ ਜਿੱਤੀ ਹੋਈ ਮੰਨਿਆ ਜਾਂਦਾ ਸੀ। ਸੁਖਬੀਰ ਜਾਂ ਲੰਬੀ ਵਾਲੀ ਸੀਟ ਵੀ ਆਂਦੇ, ਇਸ ਵਾਰੀ ਤਾਂ ਥੋੜੀ ਟਫ ਹੋਈ ਪਈ ਆ। ਪਰ ਕੁੱਲ ਮਿਲਾ ਕੇ ਜੇਕਰ ਤੁਸੀਂ ਲੀਕ ਮਾਰ ਕੇ ਕਹਿਣਾ ਹੋਵੇ ਕਿ ਫਲਾਣੀ ਸੀਟ ਨਿਕਲਦੀ ਆ, ਤਾਂ ਐਸਾ ਕੁਝ ਵੀ ਨਹੀਂ ਆ। ਮਾਝੇ ਔਰ ਦੁਆਬੇ ਦੇ ਵਿੱਚ ਆਮ ਆਦਮੀ ਪਾਰਟੀ ਨੇ ਅਜੇ ਆਪਣੇ ਆਪ ਨੂੰ ਪ੍ਰੂਵ ਕਰਨਾ ਹੈ ਔਰ ਜਿਸ ਤਰ੍ਹਾਂ ਦੀ ਲਹਿਰ ਦੀ ਲੋੜ ਹੁੰਦੀ ਹੈ ਜਿੱਤਣ ਲਈ, ਉਹ ਸ਼ਾਇਦ ਧਰਾਤਲ ਤੇ ਬਹੁਤੀ ਨਜ਼ਰ ਵੀ ਨਹੀਂ ਆ ਰਹੀ। ਲਈ ਤੁਸੀਂ ਠੀਕ ਕਹਿ ਰਹੇ ਹੋ। ਲੇਕਿਨ ਇਸੇ ਹੀ ਦੌਰਾਨ 'ਚ ਸਰਦਾਰ ਬਲਬੀਰ ਸਿੰਘ ਰਾਜੇਵਾਲ ਸੰਯੁਕਤ ਸਮਾਜ ਮੋਰਚੇ ਦੇ ਸੰਯੋਜਕ ਜਿੱਦਾਂ ਅਗਰੈਸਿਵਲੀ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਆ, ਅੱਜ ਉਹਨਾਂ ਨੇ ਆਪਣੀ ਸ਼ੁਰੂਆਤ ਕਰਤੀ ਆ ਔਰ ਉਹ ਸਾਫ਼ ਲਫ਼ਜ਼ਾਂ 'ਚ ਕਹਿ ਰਿਹਾ ਕਿ ਯਾਰ ਲੱਖ ਕਰੋੜ ਵਾਂਗ ਇਹਨਾਂ ਦੀਆਂ ਜੇਬਾਂ 'ਚ ਚਲੇ ਜਾਂਦਾ। ਜਦੋਂ ਉਹ ਆਪਣੇ ਫੇਸਬੁੱਕ ਪੇਜ ਤੋਂ ਲਾਈਵ ਹੋ ਕੇ ਗੱਲ ਕਹਿੰਦੇ ਆ ਕਿ ਲੱਖ ਕਰੋੜ ਸਾਡਾ ਸਟੇਟ ਦੇ ਖਜ਼ਾਨੇ 'ਚ ਆਉਣ ਦੀ ਬਜਾਏ ਆਮ ਪੋਲੀਟੀਸ਼ੀਅਨਸ ਦੀ ਜੇਬ 'ਚ ਜਾ ਰਿਹਾ, ਜੇ ਇਹੀ ਬਚਾ ਲੈਂਦੇ ਆ, ਉਹ ਕਹਿੰਦੇ ਬਾਕੀ ਤੁਸੀਂ ਪਰਖਿਆ, ਸਾਨੂੰ ਤੁਸੀਂ ਪਰਖਿਆ, ਸਾਡੀ ਪਰਖ ਤੁਸੀਂ ਕੀਤੀ ਅੰਦੋਲਨ 'ਚ, ਅਸੀਂ ਜਿੱਤ ਕੇ ਆਏ ਆ, ਸਾਨੂੰ ਇੱਕ ਮੌਕਾ ਤਾਂ ਦਿਓ। ਕਈ ਵਾਰੀ ਉਹਨਾਂ ਨੂੰ ਇਹ ਸਵਾਲ ਵੀ ਜਦੋਂ ਪੁੱਛਿਆ ਜਾਂਦਾ ਹੈ ਕਿ ਤੁਸੀਂ ਤਾਂ ਪਹਿਲਾਂ ਆਮ ਆਦਮੀ ਪਾਰਟੀ ਨਾਲ ਸੀ ਪਿਛਲੀ ਵਾਰੀ, ਉਹ ਕਹਿੰਦੇ ਮੈਂ ਤੇ ਅਕਾਲੀਆਂ ਨਾਲ ਵੀ ਸੀ, ਮੈਂ ਤਾਂ ਕਾਂਗਰਸ ਦੀ ਮਦਦ ਵੀ ਕਰਦਾ ਰਿਹਾ। ਜਦੋਂ ਅਸੀਂ ਪਾਰਟਿਸਿਪੇਸ਼ਨ ਨਹੀਂ ਸੀ ਦੇ ਰਹੇ, ਕਿਸੇ ਵੀ ਤਰ੍ਹਾਂ ਦੀ ਸਾਡੀ ਜਿਹੜੀ ਸ਼ਮੂਲੀਅਤ ਨਹੀਂ ਸੀ ਸਿਆਸਤ ਵਿੱਚ, ਤਾਂ ਫਿਰ ਅਸੀਂ ਕਿਸੇ ਧਿਰ ਨੂੰ ਮਦਦ ਤਾਂ ਕਰਨੀ ਸੀ। ਜਿਹੜਾ ਘੱਟ ਕੋਈ ਸਾਨੂੰ ਲੱਗਦਾ ਸੀ ਕਿ ਦੂਜਿਆਂ ਨਾਲੋਂ ਮਾੜਾ, ਅਸੀਂ ਉਹਦੇ ਨਾਲ ਤੁਰ ਪੈਂਦੇ ਰਹੇ। ਹੁਣ ਅਸੀਂ ਕਹਿੰਦੇ ਸਿਆਸਤ ਵਿੱਚ ਹੈ। ਸੋ ਇਹ ਅਹਿਮ ਬੜਾ ਸਵਾਲ ਆ ਕਿ ਅਸੀਂ, ਉਹ ਕਹਿੰਦੇ ਕਿ ਇਸ ਪੋਲਿਟਿਕਸ ਨੂੰ ਬਦਲਣ ਵਾਲੇ ਜਾਂ ਬਦਲਾਅ ਦੇ ਹਾਮੀ ਸਿਰਫ ਅਸੀਂ ਆ। ਇਹਦਾ ਅਸਰ ਵੀ ਆਮ ਆਦਮੀ ਪਾਰਟੀ ਤੇ ਪੈਣਾ ਹੀ ਪੈਣਾ। ਜਿੰਨੀ ਮੂਵਮੈਂਟ ਰਾਜੇਵਾਲ ਬਣਾਉਣਗੇ, ਉਨੀ ਤਿੱਖੀ ਆਮ ਆਦਮੀ ਪਾਰਟੀ ਨੂੰ ਵੀ ਭਾਸਕਰ ਸਾਹਿਬ ਕਰਨੀ ਪੈਣੀ ਆ। ਇਹਨਾਂ ਦੀ ਅਣਸਰ ਦੀ ਲੋੜ ਆ। ਤੇ ਇਸੇ ਦੌਰਾਨ ਦੇ ਵਿੱਚ ਅਜੇ ਬੀਜੇਪੀ ਨੇ ਆਪਣੇ ਕੈਂਡੀਡੇਟ ਦੇਣੇ ਆ। ਜਿਵੇਂ ਅਸੀਂ ਗੱਲ ਕਰ ਰਹੇ ਸੀਗੇ ਕੁੰਵਰ ਵਿਜੇ ਪ੍ਰਤਾਪ ਦੀ, ਤੇ ਜੇਕਰ ਉੱਥੇ ਅਨਲ ਜੋਸ਼ੀ, ਸੁਨੀਲ ਦੱਤੀ, ਜੇ ਮੰਨ ਲਓ ਇੱਥੇ ਕਿਤੇ ਖੁਦਾ ਨਾ ਖਾਸਤਾ ਜੇ ਇਤਰੇ ਸ਼ਵੇਤ ਮਲਕ ਕਿਤੇ ਦਿੱਤੇ ਜਾਂਦੇ ਆ, ਮੰਨ ਲਓ ਜਿਹੜੇ ਰਾਜ ਸਭਾ ਦੇ ਵਿੱਚ ਨੇ, ਵੱਡੇ ਚਿਹਰੇ ਜੇ ਉਤਾਰਨੇ ਹੋਣ, ਉਹ ਕਾਫੀ ਟਫ ਗੇਮ ਬਣ ਜਾਂਦੀ ਹੈ। ਬੀਜੇਪੀ ਨੇ ਵੀ ਅਜੇ ਸ਼ਹਿਰਾਂ ਦੇ ਵਿੱਚੋਂ ਆਪਣੇ ਚਿਹਰੇ ਦੇਣੇ ਆ। ਤੁਹਾਨੂੰ ਪਤਾ ਉਹਨਾਂ ਕੋਲ ਵੀ 25 30 40 50 ਚਿਹਰੇ ਤਾਂ ਹੈਗੇ ਨੇ ਜਿਹੜੇ ਉਹਨਾਂ ਦੇ ਆਪਣੇ ਪੁਰਾਣੇ ਚਿਹਰੇ ਆ, ਟਾਈਮ ਟੈਸਟਡ ਨੇ। 23 ਤਾਂ ਉਹਨਾਂ ਦੇ ਲੜਦੇ ਰਹੇ ਨੇ, ਸੋ ਉਹਨਾਂ ਦਾ ਵੀ ਇੱਕ ਆਧਾਰ ਆ। ਭਾਵੇਂ ਜੋਸ਼ੀ ਉਹਨਾਂ ਵੱਲੋਂ ਹੀ ਲੜਦੇ ਹੁੰਦੇ ਸੀ ਪਹਿਲਾਂ। ਸੋ ਮੈਨੂੰ ਜਾਂਦੇ ਜਾਂਦੇ ਇੱਥੇ ਟਿੱਪਣੀ ਦੇ ਦਿਓ। ਵੈਸੇ ਮੇਰਾ ਕੈਮਰਾ ਝਮੱਕੇ ਜੇ ਮਾਰੀ ਜਾਂਦਾ ਆ। ਇੱਕ ਤੇ ਆਪਾਂ ਗੈਰ ਰਸਮੀ ਗੱਲਾਂ ਬੜੀਆਂ ਪਹਿਲਾਂ ਕਰਦੇ ਆ ਨਾ ਜੀ ਪ੍ਰੋਗਰਾਮ ਤੋਂ, ਕਈ ਚੀਜ਼ਾਂ ਜਿਹੜੀਆਂ ਇੱਕ ਦੂਜੇ ਨਾਲ ਸਾਂਝੀਆਂ ਕਰਦੇ ਆ, ਮੇਰੀ ਬੈਟਰੀ ਤੁਸੀਂ ਖਾ ਜਾਂਦੇ ਹੋ। ਹੁਣ ਤੁਹਾਨੂੰ ਉਲਾਮਾ ਵੀ ਕੋਈ ਕੀ ਦਵੇ, ਕੀ ਪਤਾ ਅੱਗੋਂ ਤੁਸੀਂ ਕੀ ਦੋਸ਼ ਲਾ ਦੇਣੇ। ਬੋਲਿਓ ਜ਼ਰਾ। ਦੇਖੋ, ਹਜੇ ਤੇ ਬੀਜੇਪੀ ਮੈਦਾਨ ਹੀ ਚਾਨੀ ਹੈ, ਸਟੇਜ ਸੱਜਦੀ ਹੈ। ਬੀਜੇਪੀ ਰੇਡਾਂ ਪਾ ਰਹੀ ਹੈ। ਉਹ ਰੇਡਾਂ, ਜਿੱਦਾਂ ਮੈਂ ਪਹਿਲੇ ਵੀ ਕਿਹਾ ਸੀਗਾ, ਵੀ ਕਬੱਡੀ ਦੀ ਰੇਡਾਂ ਨਹੀਂ ਹੈ, ਉਹ ਸਕੋਰ ਸੈਟਲ ਕਰਨ ਦੀ ਰੇਡਾਂ ਵੀ ਹੈਗੀ ਹੈ। ਕੌਣ ਕਿੱਥੇ ਜਾਏਗਾ ਇਲੈਕਸ਼ਨ ਤੋਂ ਪਹਿਲੇ ਔਰ ਇਲੈਕਸ਼ਨ ਤੋਂ ਬਾਅਦ, ਇਹਦੀ ਵੀ ਇੱਕ ਰਾਜਨੀਤੀ ਜਾਂ ਰਣਨੀਤੀ ਤੈਅ ਕੀਤੀ ਜਾ ਰਹੀ ਹੈ। ਇਸ ਰਣਨੀਤੀ ਦੇ ਵਿੱਚ ਹਾਰੀ ਹੋਈ ਗੇਮ ਨੂੰ ਬੀਜੇਪੀ ਨੂੰ ਜੀਤਣਾ ਬੜੀ ਵਧੀਆ ਤਰੀਕੇ ਨਾਲ ਆਉਂਦਾ। ਔਰ ਕਈ ਸੂਬਿਆਂ ਦੇ ਵਿੱਚ ਉਹਨਾਂ ਨੇ ਕਰਕੇ ਦਿਖਾ ਵੀ ਦਿੱਤਾ ਹੈ, ਭਾਵੇਂ ਉਹ ਮੱਧ ਪ੍ਰਦੇਸ਼ ਹੋਏ, ਗੋਆ ਹੋਏ, ਜਾਂ ਫਿਰ ਆਂਧਰ ਪ੍ਰਦੇਸ਼। ਕਾਫੀ ਸੂਬਿਆਂ ਦੇ ਵਿੱਚ ਸਰਕਾਰ ਭਾਵੇਂ ਨੰਬਰ ਭਾਜਪਾ ਦੇ ਪੱਖ 'ਚ ਨਾ ਹੋਵਣ, ਪਰ ਸਰਕਾਰ ਉਹ ਬਣਾ ਜਾਂਦੇ ਨੇ। ਤੇ ਪਹਿਲੇ ਦੀ ਤੇ ਪੋਸਟ ਪੋਲ, ਪ੍ਰੀ ਪੋਲ, ਦੋਨੋਂ ਤਰੀਕੇ ਦੀ ਰਣਨੀਤੀ ਭਾਜਪਾ ਤਿਆਰ ਕਰ ਰਹੀ ਹੈ। ਤੁਸੀਂ ਬਿਲਕੁਲ ਠੀਕ ਕਿਹਾ, ਕੁਝ ਫੇਸਿਸ ਭਾਜਪਾ ਕੋਲ ਆਲਰੇਡੀ ਹੈਗੇ ਨੇ। ਕੁਝ ਪੰਜਾਬ ਲੋਕ ਕਾਂਗਰਸ ਤੋਂ ਆਉਣਗੇ, ਕੁਝ ਟੈਲੀਫੋਨ ਵੀ ਲੈ ਕੇ ਆਉਣਗੇ, ਤੇ ਇਸ ਤੋਂ ਬਾਅਦ ਕੋਈ ਕਾਲਾ ਮਾਲਾ ਜਿਹਾ ਬਣੇਗਾ ਜ਼ਰੂਰ। ਕੋਸ਼ਿਸ਼ ਪੂਰੀ ਹੋਏਗੀ ਹਮਲਾ ਮਾਰਨ ਦੀ। ਹਮਲਾ ਮਾਰ ਪਾਉਂਦੇ ਨੇ ਜਾਂ ਨਹੀਂ ਮਾਰ ਪਾਉਂਦੇ ਨੇ, ਫਿਰ ਉਹ ਪੋਸਟ ਪੋਲ ਅਲਾਈਅੰਸ ਦੇ ਉੱਤੇ ਡਿਪੈਂਡ ਕਰੇਗਾ ਸਰਕਾਰ ਕਿਹਦੀ ਬਣੇਗੀ। ਲਓ ਜੀ ਭਾਸਕਰ ਸਾਹਿਬ, ਠੰਡ ਦੇ ਮੌਸਮ 'ਚ ਤੁਸੀਂ ਲਓ ਹੁਣ ਨਜ਼ਾਰੇ ਆ ਤੇ ਲਈਏ ਛੁੱਟੀ। ਦੋਸਤਾਂ ਨੂੰ ਬੇਨਤੀ ਮੈਂ ਕਰਦਿਆਂ, ਸਾਡੀ ਕਿਸੇ ਗਲਤੀ ਗੁਲਤੀ ਤਾਂ ਬੁਰਾ ਨਾ ਮਨਾਇਆ ਕਰੋ। ਐਵੇਂ ਹੀ ਤੁਹਾਡੇ ਨਾਲ ਰਿਸ਼ਤੇ ਦੇ ਵਿੱਚ ਕਿਸੇ ਵੇਲੇ ਜ਼ਿਆਦਾ ਖੁਰ ਲੈ ਜਾਂਦੇ ਆ, ਕੋਈ ਸ਼ਬਦ ਇੱਧਰ ਉੱਧਰ ਹੋਇਆ ਹੋਵੇ ਤੇ ਲਪੇਟ ਲਪੂਟ ਕੇ ਜੇਬ 'ਚ ਪਾ ਲਿਆ ਕਰੋ। ਉਂਝ ਤੁਹਾਡੇ ਸਾਰੇ ਗੁੱਸੇ, ਗਿਲੇ, ਨਾਰਾਜ਼ਗੀਆਂ
ਸਭ ਸਿਰ ਮੱਥੇ। ਅਸੀਂ ਹਰ ਦਿਨ ਦੇ ਲਿਹਾਜ਼ ਨਾਲ ਆਪਣੀ ਗੱਲ ਕਰਦੇ ਹਾਂ, ਸੋ ਕੋਸ਼ਿਸ਼ ਕਰਾਂਗੇ ਕਿ ਇਹ ਗੱਲ ਅੱਗੇ ਵੱਧਦੀ ਰਹੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।